बहुत से बच्चे ਇੱਦਾਂ ਨੇ ਜੋ ਇੰਡੀਆ ਛੱਡ ਕੇ ਬਾਹਰ ਜਾ ਰਹੇ ਨੇ, ਪਰ ਮੈਂ ਤੁਹਾਨੂੰ ਕੁਝ ਇੱਦਾਂ ਦੇ ਬੱਚਿਆਂ ਬਾਰੇ ਵੀ ਦੱਸੂੰਗੀ ਜੋ ਬਾਹਰੋਂ ਇੰਡੀਆ ਆ ਰਹੇ ਨੇ। ਸੋ ਅੱਜ ਮੈਂ ਆਈ ਹਾਂ ਚੰਡੀਗੜ੍ਹ ਯੂਨੀਵਰਸਿਟੀ, ਜਿੱਥੇ ਬਹੁਤ ਸੇ ਬੱਚੇ ਨੇ ਜੋ ਇੰਟਰਨੈਸ਼ਨਲ ਐਡਮਿਸ਼ਨਸ ਲੈ ਰਹੇ ਨੇ, ਇੱਥੋਂ ਦਾ ਐਜੂਕੇਸ਼ਨ ਸਿਸਟਮ ਆਪਟ ਕਰ ਰਹੇ ਨੇ, ਇੱਥੋਂ ਦੀ ਐਜੂਕੇਸ਼ਨ ਜਿਹੜੀ ਹੈਗੀ ਹੈ ਉਹ ਕਰਨਾ ਚਾਹੁੰਦੇ ਨੇ। ਸੋ ਜਾਣਕਾਰੀ ਲੈਣਾ ਕਿ ਇੰਟਰਨੈਸ਼ਨਲ ਐਡਮਿਸ਼ਨਸ ਦਾ ਕੀ ਪ੍ਰੋਸੈਸ ਹੈ ਐਂਡ ਕੀ ਪ੍ਰੋਸੀਜਰ ਹੈ, ਕਿਹੜੀ ਫੈਕਲਟੀ, ਕੀ ਇਨਫਰਾਸਟਰਕਚਰ ਹੈ ਜੋ ਇੰਟਰਨੈਸ਼ਨਲ ਸਟੂਡੈਂਟਸ ਨੂੰ ਇੱਥੇ ਮਿਲੂਗਾ। ਇਹ ਪ੍ਰਮਾਣ ਹੈ ਇਸ ਚੀਜ਼ ਦਾ ਕਿ ਸਾਡਾ ਗਲੋਬਲਾਈਜੇਸ਼ਨ ਕਿੰਨਾ ਵਧੀਆ ਇੱਥੇ ਐਸਟੈਬਲਿਸ਼ਡ ਹੈ, ਜਿੱਥੇ ਗਲੋਬਲ ਓਪਰਚੁਨਿਟੀਜ਼ ਦਿੱਤੀਆਂ ਜਾਂਦੀਆਂ ਬੱਚਿਆਂ ਨੂੰ, ਨਾ ਕਿ ਕਿਸੇ ਹੋਰ ਤਰ੍ਹਾਂ ਦੀ ਇਮੀਗ੍ਰੇਸ਼ਨ ਫੈਸਿਲਿਟੀਜ਼ ਹੈਗੀਆਂ ਕਿ ਤੁਸੀਂ US ਚਲੇ ਜਾਓ ਜਾਂ ਕੈਨੇਡਾ ਚਲੇ ਜਾਓ। ਸਾਡੇ ਕੋਲ 460 ਤੋਂ ਵੱਧ ਇੰਟਰਨੈਸ਼ਨਲ ਯੂਨੀਵਰਸਿਟੀਜ਼ ਜੁੜੀਆਂ ਹੋਈਆਂ 90 ਕੰਟਰੀਜ਼। ਜਦ ਬੱਚਾ ਐਡਮਿਸ਼ਨ ਲੈਂਦਾ ਹੈ ਉਹਦੀ ਪ੍ਰੋਫਾਈਲ ਬਿਲਡਿੰਗ ਹੁੰਦੀ ਹੈ। ਇਹ ਬਿਊਟੀ ਹੈ ਇੱਥੇ ਇੰਟਰਨੈਸ਼ਨਲ ਡਿਪਾਰਟਮੈਂਟ ਦੀ ਕਿ ਫਸਟ ਸਮੈਸਟਰ ਤੋਂ ਅਸੀਂ ਬੱਚਿਆਂ ਤੋਂ ਫਾਰਮਸ ਭਰਵਾਉਂਦੇ ਹਾਂ ਕਿ ਉਹਨਾਂ ਦੇ ਕਿਵੇਂ ਦੀ ਐਸਪੀਰੇਸ਼ਨਸ ਹੈਗੀਆਂ ਕਰੀਅਰ ਨੂੰ ਲੈ ਕੇ, ਚਾਹੇ ਉਹ ਡੋਮੈਸਟਿਕ ਹੈ ਤੇ ਚਾਹੇ ਇੰਟਰਨੈਸ਼ਨਲ ਹੈ। ਕਿਹੜੇ ਕੰਟਰੀਜ਼ ਤੋਂ ਇੱਥੇ ਆਏ ਹੈ ਬੱਚੇ ਜਿਨ੍ਹਾਂ ਨੇ ਐਡਮਿਸ਼ਨ ਲਈ ਹੈ ਐਂਡ ਉਹ ਇਹ ਕਹਿੰਦੇ ਕਿ ਨਹੀਂ ਇੱਥੇ ਜ਼ਿਆਦਾ ਇਹ ਇਨਫਰਾਸਟਰਕਚਰ ਵਧੀਆ ਹੈ। ਐਕਸਚੇਂਜ ਵਿੱਚ ਯੂਰੋਪੀਅਨ ਕੰਟਰੀਜ਼ ਤੋਂ ਬਹੁਤ ਬੱਚਾ ਆਉਂਦਾ ਹੈ ਸਾਡੇ ਕੋਲ, ਬੈਲਜੀਅਮ, ਫਰਾਂਸ, ਪੋਲੈਂਡ, ਰਸ਼ੀਆ, ਤਾਈਵਾਨ, ਥਾਈਲੈਂਡ, ਸੁਡਾਨ। ਤੇ ਜਿਹੜੀਆਂ ਮੈਕਸਿਮਮ ਸਾਡੇ ਓਪਰਚੁਨਿਟੀਜ਼ ਹੁੰਦੀਆਂ ਇੰਟਰਨਸ਼ਿਪਸ ਹੈਗੀਆਂ ਇੰਟਰਨੈਸ਼ਨਲ ਜਾਂ ਫਿਰ ਸਾਡੀ ਰਿਸਰਚ ਇੰਟਰਨਸ਼ਿਪਸ ਹੈਗੀਆਂ, ਇਹ ਸਾਰੀਆਂ ਸਟਾਈਪੈਂਡ ਬੇਸਡ ਹੈ। ਜਿੰਨੇ ਵੀ ਬੱਚੇ ਲੈਬ ਜਾਂ ਇੰਡਸਟਰੀ 'ਚ ਕੰਮ ਕਰਦੇ ਉਹਨਾਂ ਨੂੰ ਪੈਸੇ ਵੀ ਮਿਲਦੇ ਆ। ਤੇ ਇਹ ਜਿਹੜੀਆਂ ਓਪਰਚੁਨਿਟੀਜ਼ ਹੈ ਕਿਸੇ ਵੀ ਏਜੰਟ ਥਰੂ ਪੋਸੀਬਲ ਨਹੀਂ ਹੁੰਦੀਆਂ। ਸਾਡੇ ਕੋਲ ਅੱਜ ਦੀ ਡੇਟ 'ਚ ਤਕਰੀਬਨ 2500 ਇੰਟਰਨੈਸ਼ਨਲ ਸਟੂਡੈਂਟ ਪੜ੍ਹ ਰਿਹਾ ਹੈ ਅਤੇ ਇਹ ਸਟੂਡੈਂਟ ਸਾਡੇ ਕੋਲ ਸਿਰਫ 2-4 ਕੰਟਰੀਆਂ ਤੋਂ ਨਹੀਂ, ਤਕਰੀਬਨ 55 ਕੰਟਰੀਆਂ ਤੋਂ ਸਾਡੇ ਕੋਲ ਇਹ ਬੱਚੇ ਆ ਰਹੇ ਹੈ। ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਅਸੀਂ ਇੱਕ ਅਲੱਗ ਤੋਂ ਇੰਟਰਨੈਸ਼ਨਲ ਐਡਮਿਸ਼ਨ ਸੈੱਲ ਹੈ, ਇੰਟਰਨੈਸ਼ਨਲ ਰਿਲੇਸ਼ਨ ਸੈੱਲ ਹੈ, ਜਿਹਦੇ ਵਿੱਚ ਬੱਚਾ ਲਾਈਕ ਫੋਰਨ ਯੂਨੀਵਰਸਿਟੀ ਵੀ ਇੱਥੋਂ ਅਪਲਾਈ ਕਰ ਸਕਦਾ ਹੈ। ਫਿਰ ਸਾਡਾ ਇੱਕ ਇੰਟਰਨੈਸ਼ਨਲ ਸਟੂਡੈਂਟ ਸਰਵਿਸਿਜ਼ ਦਾ ਸੈੱਲ ਹੈ, ਜਿਸ ਦੇ ਵਿੱਚ ਬੱਚੇ ਦੀ ਸਾਰੀ ਹੀ ਅਕੈਡਮਿਕ ਜਰਨੀ ਨੂੰ ਮੋਨੀਟਰ ਕੀਤਾ ਜਾਂਦਾ ਹੈ। ਗਵਰਨਮੈਂਟ ਆਫ ਇੰਡੀਆ ਇੰਟਰਨੈਸ਼ਨਲ ਸਟੂਡੈਂਟਸ ਨੂੰ 100% ਤੱਕ ਦੀ ਸਕਾਲਰਸ਼ਿਪ ਆਫਰ ਕਰਦਾ ਹੈ ਤਾਂ ਕਿ ਉਹ ਇੰਡੀਆ ਆ ਕੇ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕਣ। ਬੱਚਾ ਅੰਡਰ ਗ੍ਰੈਜੂਏਟ ਪ੍ਰੋਗਰਾਮ 'ਚ ਵੀ ਆ ਸਕਦਾ ਹੈ, ਬੱਚਾ ਪੋਸਟ ਗ੍ਰੈਜੂਏਟ ਪ੍ਰੋਗਰਾਮ ਵਿੱਚ ਵੀ ਆ ਸਕਦਾ ਹੈ। ਤਕਰੀਬਨ 2000 ਸਕਾਲਰਸ਼ਿਪ ਹਰ ਸਾਲ ਗਵਰਨਮੈਂਟ ਆਫ ਇੰਡੀਆ ਬੱਚਿਆਂ ਨੂੰ ਦਿੰਦੀ ਹੈ, ਜਿਸ ਦੇ ਵਿੱਚ ਸਾਡੇ ਕੋਲ ਵੀ ਹਰ ਸਾਲ 100 ਤੋਂ ਲੈ ਕੇ 150 ਬੱਚਾ ਐਨਰੋਲ ਹੁੰਦਾ ਹੈ। ਡੇਲੀ ਪੋਸਟ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਸਵੀਰ ਕੌਰ ਸਵਾਗਤ ਕਰਦੀ ਹਾਂ। ਸੋ ਆਮ ਸ਼ੋਰ ਸਾਰਿਆਂ ਨੂੰ ਬਹੁਤ ਜ਼ਿਆਦਾ ਕਰੇਜ਼ ਹੁੰਦਾ ਹੈ ਬਾਹਰ ਜਾਣ ਦਾ, ਬਟ ਬਹੁਤ ਸੇ ਬੱਚੇ ਇੱਦਾਂ ਨੇ ਜਿਨ੍ਹਾਂ ਨੂੰ ਪ੍ਰੋਗਰਾਮਸ ਬਾਰੇ ਨਹੀਂ ਪਤਾ ਹੁੰਦਾ, ਜਿਹੜੀ ਉਹਨਾਂ ਨੂੰ ਅਥੋਰਿਟੀਜ਼ ਮਿਲਣੀ ਹੈ, ਜਿਹੜੀ ਫੈਕਲਟੀ ਮਿਲਣੀ ਹੈ, ਉਹਦੇ ਬਾਰੇ ਨਹੀਂ ਪਤਾ ਹੁੰਦਾ। ਸੋ ਅੱਜ ਮੈਂ ਆਈ ਹਾਂ ਚੰਡੀਗੜ੍ਹ ਯੂਨੀਵਰਸਿਟੀ, ਜਿੱਥੇ ਮੇਰੇ ਨਾਲ ਮੌਜੂਦ ਨੇ ਐਸੋਸੀਏਟ ਡੀਨ ਇੰਟਰਨੈਸ਼ਨਲ ਰਿਲੇਸ਼ਨ ਚੰਡੀਗੜ੍ਹ ਯੂਨੀਵਰਸਿਟੀ ਡਾਕਟਰ ਮੀਨੂ ਭਾਰਦਵਾਜ। ਬਹੁਤ ਬਹੁਤ ਸਵਾਗਤ ਹੈ ਮੈਮ। ਥੈਂਕ ਯੂ ਸੋ ਮਚ। ਸੋ ਮੈਮ, ਅਗਰ ਮੈਂ ਇੰਟਰਨੈਸ਼ਨਲ ਐਡਮਿਸ਼ਨਸ ਦੀ ਗੱਲ ਕਰਾਂ, ਸੋ ਬੱਚਿਆਂ ਨੂੰ ਕੀ ਔਫਰ ਕਰਦਾ CU ਚੰਡੀਗੜ੍ਹ ਯੂਨੀਵਰਸਿਟੀ ਦੈਟ ਉਹ ਇੱਥੇ ਇੰਨਾ ਜ਼ਿਆਦਾ ਅਟਰੈਕਟਿਵ ਫੀਲ ਕਰਦੇ ਨੇ ਕਿ ਨਹੀਂ ਅਸੀਂ ਇੱਥੇ ਹੀ ਜਾਣਾ ਹੈ, ਐਂਡ ਉਹਨਾਂ ਨੂੰ ਕੀ ਇੰਨੀ ਕਮੀਆਂ ਨਹੀਂ ਲੱਗਦੀਆਂ ਜਾਂ ਪੂਰਾ ਉਹ ਚੀਜ਼ ਲੱਗਦੀ ਹੈ ਕਿ ਉਹ ਇੱਥੇ ਚੂਜ਼ ਕਰਦੇ ਨੇ ਚੰਡੀਗੜ੍ਹ ਯੂਨੀਵਰਸਿਟੀ। ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਿਹੜਾ ਸਾਡਾ ਇੰਟਰਨੈਸ਼ਨਲ ਡਿਪਾਰਟਮੈਂਟ ਹੈ ਇੱਥੇ ਐਸਟੈਬਲਿਸ਼ਮੈਂਟ ਨੂੰ ਹੀ ਇਹਨੂੰ 12 ਸਾਲ ਹੋ ਗਏ ਹੈ ਚੰਡੀਗੜ੍ਹ ਯੂਨੀਵਰਸਿਟੀ। ਜਿਸ ਦਿਨ ਇਨਸੈਪਸ਼ਨ ਹੋਈ ਸੀਗੀ ਚੰਡੀਗੜ੍ਹ ਯੂਨੀਵਰਸਿਟੀ ਦੀ, ਉਸੇ ਦਿਨ ਸਾਡੇ ਆਨਰੇਬਲ ਚਾਂਸਲਰ ਦਾ ਇਹ ਵਿਜ਼ਨ ਬਿਲਕੁਲ ਕਲੀਅਰ ਸੀਗਾ ਕਿ ਅਸੀਂ ਇੱਕ ਗਲੋਬਲ ਪਲੈਟਫਾਰਮ ਦੇਣਾ ਬੱਚਿਆਂ ਨੂੰ। ਉਸ ਦੇ ਵਾਸਤੇ ਇੰਟਰਨੈਸ਼ਨਲ ਡਿਪਾਰਟਮੈਂਟ ਅੱਜ ਤੋਂ 12 ਸਾਲ ਪਹਿਲਾਂ ਐਸਟੈਬਲਿਸ਼ ਹੋ ਗਿਆ ਸੀਗਾ। ਐਂਡ ਜਿਹੜੇ ਪਹਿਲਾਂ ਬੱਚੇ ਇੱਧਰੋਂ ਟਰੈਵਲ ਕੀਤੇ ਸੀ ਉਹ US ਜਾਂ ਕੈਨੇਡਾ ਨਹੀਂ ਗਏ ਸੀਗੇ। ਜਿਹੜਾ ਸਭ ਤੋਂ ਪਹਿਲਾਂ ਬੱਚੇ ਟਰੈਵਲ ਕੀਤੇ ਉਹ ਗਏ ਹੈ ਸਾਡੇ ਸਾਊਥ ਕੋਰੀਆ। ਇਹ ਪ੍ਰਮਾਣ ਹੈ ਇਸ ਚੀਜ਼ ਦਾ ਕਿ ਸਾਡਾ ਗਲੋਬਲਾਈਜੇਸ਼ਨ ਕਿੰਨਾ ਵਧੀਆ ਇੱਥੇ ਐਸਟੈਬਲਿਸ਼ਡ ਹੈ, ਜਿੱਥੇ ਗਲੋਬਲ ਓਪਰਚੁਨਿਟੀਜ਼ ਦਿੱਤੀਆਂ ਜਾਂਦੀਆਂ ਬੱਚਿਆਂ ਨੂੰ, ਨਾ ਕਿ ਕਿਸੇ ਹੋਰ ਤਰ੍ਹਾਂ ਦੀ ਇਮੀਗ੍ਰੇਸ਼ਨ ਫੈਸਿਲਿਟੀਜ਼ ਹੈਗੀਆਂ ਕਿ ਤੁਸੀਂ US ਚਲੇ ਜਾਓ ਜਾਂ ਕੈਨੇਡਾ ਚਲੇ ਜਾਓ ਜਾਂ ਅਸੀਂ ਕੋਈ ਸ਼ਾਰਟਕਟ ਦੇ ਰਹੇ ਹਾਂ। ਸ਼ਾਰਟਕਟ ਨਹੀਂ ਹੈ, ਪਾਥਵੇ ਹੈ। ਪਾਥਵੇ ਹੈ ਟੂ ਦ ਬ੍ਰਿਲੀਅੰਟ ਓਪਰਚੁਨਿਟੀਜ਼। ਬ੍ਰਿਲੀਅੰਟ ਓਪਰਚੁਨਿਟੀਜ਼ ਕਿਉਂਕਿ ਅੱਜ ਸਾਰੀ ਜਿਹੜੀ ਡਿਮਾਂਡ ਹੈ ਬੱਚਿਆਂ ਦੀਆਂ, ਸਾਰੀਆਂ ਐਸਪੀਰੇਸ਼ਨਸ ਉਹਨਾਂ ਦੇ ਕਰੀਅਰ ਦੇ ਉੱਤੇ ਡਿਪੈਂਡ ਹੈ ਕਿ ਸਾਨੂੰ ਕਿਸ ਤਰ੍ਹਾਂ ਵਧੀਆ ਕਰੀਅਰਸ ਮਿਲਣ, ਬੈਸਟ ਆਫ ਦ ਜੋਬ ਪੈਕੇਜਸ ਉਹਨਾਂ ਨੂੰ ਚਾਹੀਦੇ ਹੈ। ਕੋਈ 40-50 ਲੱਖ ਤੋਂ ਥੱਲੇ ਗੱਲ ਨਹੀਂ ਕਰਦਾ, ਦਿਸ ਇਜ਼ ਦ ਬੇਅਰ ਮਿਨੀਮਮ। ਜੇ ਅਸੀਂ ਗੱਲ ਕਰੀਏ ਕਿ ਸਭ ਤੋਂ ਇੰਜੀਨੀਅਰਿੰਗ ਵਾਲੇ ਬੱਚੇ ਜਿਹੜੇ ਪੈਕੇਜ ਦੇਖਦੇ ਆ 40 ਲੱਖ 50 ਲੱਖ, ਇਹ ਬੇਅਰ ਮਿਨੀਮਮ ਸਟਾਰਟ ਹੋ ਰਿਹਾ। ਅਤੇ ਅਸੀਂ ਕਿਵੇਂ ਕਨੈਕਟ ਕਰੀਏ ਬੱਚਿਆਂ ਨੂੰ? ਸਾਰਿਆਂ ਦੀ ਇਹੀ ਡਿਮਾਂਡਸ ਹੁੰਦੀਆਂ ਕਿ ਅਸੀਂ ਕਿਵੇਂ ਉਹ ਕਰੀਅਰਸ ਕਿਵੇਂ ਆਪਣੇ ਐਸਪੀਰੇਸ਼ਨਸ ਜਿਹੜੀਆਂ ਹੈਗੀਆਂ ਉਹ ਕਿਵੇਂ ਅਚੀਵ ਕਰ ਸਕਦੇ ਹਾਂ। ਉਸ ਦੇ ਵਾਸਤੇ ਅਸੀਂ ਇੰਟਰਨੈਸ਼ਨਲ ਡਿਪਾਰਟਮੈਂਟ ਐਸਟੈਬਲਿਸ਼ ਕੀਤਾ, ਜਿੱਥੇ ਸਾਡੇ ਕੋਲ 460 ਤੋਂ ਵੱਧ ਇੰਟਰਨੈਸ਼ਨਲ ਯੂਨੀਵਰਸਿਟੀਜ਼ ਜੁੜੀਆਂ ਹੋਈਆਂ 90 ਕੰਟਰੀਜ਼। ਜਦ ਅਸੀਂ ਗੱਲ ਕਰਦੇ ਆਪਣੇ ਇੰਟਰਨੈਸ਼ਨਲ ਡਿਪਾਰਟਮੈਂਟ ਦੀ, ਤਾਂ ਬੱਚੇ ਸਾਰੇ ਪਾਸੇ ਟਰੈਵਲ ਕਰਦੇ ਆ
ਇਸ ਲਈ ਨਹੀਂ ਕਿ ਅਸੀਂ ਯੂਨੀਵਰਸਿਟੀ ਜਾਣਾ ਹੈ, ਇਸ ਲਈ ਕਿ ਸਾਨੂੰ ਕਿਸ ਤਰ੍ਹਾਂ ਦੀ ਕਰੀਅਰ ਓਪਰਚੁਨਿਟੀ ਮਿਲ ਰਹੀ ਹੈ, ਕਿਸ ਤਰ੍ਹਾਂ ਦੀ ਇੰਡਸਟਰੀ ਕਨੈਕਟ ਮਿਲ ਰਿਹਾ ਹੈ, ਕਿਸ ਤਰ੍ਹਾਂ ਦਾ ਇੰਡਸਟਰੀਅਲ ਐਕਸਪੋਜ਼ਰ ਮਿਲ ਰਿਹਾ ਹੈ, ਉਹ ਬੱਚਿਆਂ ਦਾ ਮੇਨ ਮੁੱਦਾ ਹੁੰਦਾ ਹੈ। ਤੇ ਬੱਚੇ ਸ਼ਾਰਟ ਟਰਮ ਤੋਂ ਲੈ ਕੇ ਲੌਂਗ ਟਰਮ ਡਿਫਰੈਂਟ ਤਰ੍ਹਾਂ ਦੇ ਪ੍ਰੋਗਰਾਮਸ ਚੁਣਦੇ ਹੈ। ਫੋਰ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਹਰ ਬੱਚੇ ਦੀ ਇੱਕ ਸਕਸੈਸ ਸਟੋਰੀ ਹੋਵੇ, ਯੂਨੀਕ ਸਕਸੈਸ ਸਟੋਰੀ ਹੋਵੇ, ਨਾਟ ਲਾਈਕ ਕਿ ਕਿਉਂਕਿ ਅਸੀਂ ਹੁਣ ਇੱਕ ਕਾਲਜ ਭੇਜ ਰਹੇ ਹਾਂ ਅਤੇ 100 ਬੱਚਾ ਉਸੇ ਕਾਲਜ 'ਚ ਜਾ ਰਿਹਾ ਹੈ, ਨਹੀਂ। ਬੱਚੇ ਨੂੰ ਇੱਥੇ ਯੂਨੀਵਰਸਿਟੀ 'ਚ ਜਦ ਬੱਚਾ ਐਡਮਿਸ਼ਨ ਲੈਂਦਾ ਹੈ ਉਹਦੀ ਪ੍ਰੋਫਾਈਲ ਬਿਲਡਿੰਗ ਹੁੰਦੀ ਹੈ। ਇਹ ਬਿਊਟੀ ਹੈ ਇੱਥੇ ਇੰਟਰਨੈਸ਼ਨਲ ਡਿਪਾਰਟਮੈਂਟ ਦੀ ਕਿ ਫਸਟ ਸਮੈਸਟਰ ਤੋਂ ਅਸੀਂ ਬੱਚਿਆਂ ਤੋਂ ਫਾਰਮਸ ਭਰਵਾਉਂਦੇ ਹਾਂ ਕਿ ਉਹਨਾਂ ਦੀ ਕਿਵੇਂ ਦੀ ਐਸਪੀਰੇਸ਼ਨਸ ਹੈਗੀਆਂ ਕਰੀਅਰ ਨੂੰ ਲੈ ਕੇ, ਚਾਹੇ ਉਹ ਡੋਮੈਸਟਿਕ ਹੈ ਅਤੇ ਚਾਹੇ ਇੰਟਰਨੈਸ਼ਨਲ ਹੈ। ਫਿਰ ਜਦ ਉਹਨਾਂ ਦੀ ਇੰਟਰਨੈਸ਼ਨਲ ਐਸਪੀਰੇਸ਼ਨਸ, ਉਹਨਾਂ ਦੇ ਡਰੀਮਸ ਕੀ ਹੈ, ਅਤੇ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਉਹਨਾਂ ਦੇ ਡਰੀਮਸ ਫੁਲਫਿਲ ਕੀਤੇ ਜਾਣ। ਕੋਈ ਉਹਨਾਂ ਨੇ ਦੇਖਿਆ, ਕਿਸੇ ਬੰਦੇ ਨੂੰ ਦੇਖਿਆ ਕਿ ਉਹ ਫਲਾਣਾ ਬੰਦਾ ਇਸ ਜੌਬ 'ਚ ਕੰਮ ਕਰ ਰਿਹਾ, ਇੱਥੇ ਸੈਟਲ ਹੈ, ਫਿਰ ਅਸੀਂ ਉਹਨਾਂ ਨੂੰ ਗਾਈਡਲਾਈਨ ਪ੍ਰੋਵਾਈਡ ਕਰਦੇ ਹਾਂ ਕਿ ਕਿਵੇਂ ਉਹ ਕਰ ਸਕਦੇ ਆ। ਸੋ ਅਗਰ ਮੈਂ ਸਟੂਡੈਂਟਸ ਦੀ ਗੱਲ ਕਰਾਂ ਮੈਮ, ਤਾਂ ਕਿਹੜੇ ਕੰਟਰੀਜ਼ ਤੋਂ ਇੱਥੇ ਆਏ ਹੈ ਬੱਚੇ ਜਿਨ੍ਹਾਂ ਨੇ ਐਡਮਿਸ਼ਨ ਲਈ ਹੈ ਐਂਡ ਉਹ ਇਹ ਕਹਿੰਦੇ ਕਿ ਨਹੀਂ ਇੱਥੇ ਜ਼ਿਆਦਾ ਇਨਫਰਾਸਟਰਕਚਰ ਵਧੀਆ ਹੈ? ਜਿਹੜੇ ਸਾਡੇ ਕੋਲ ਬੱਚੇ ਆਉਂਦੇ ਆ ਐਕਸਚੇਂਜਿਸ ਵਿੱਚ ਯੂਰੋਪੀਅਨ ਕੰਟਰੀਜ਼ ਤੋਂ ਬਹੁਤ ਬੱਚਾ ਆਉਂਦਾ ਹੈ ਸਾਡੇ ਕੋਲ। ਬੈਲਜੀਅਮ, ਫਰਾਂਸ, ਪੋਲੈਂਡ, ਰਸ਼ੀਆ, ਤਾਈਵਾਨ, ਥਾਈਲੈਂਡ, ਸੁਡਾਨ, ਮਤਲਬ ਕਾਫੀ ਬੱਚੇ ਜਿਹੜੇ ਸਾਡੇ ਕੋਲ ਐਕਸਚੇਂਜ ਪ੍ਰੋਗਰਾਮਸ 'ਚ ਆਉਂਦੇ ਆ। ਇਸ ਵਾਰੀ ਸਾਡੇ ਕੋਲ 40 ਬੱਚੇ ਆਉਣੇ ਆ ਫਰਾਂਸ 'ਚੋਂ ਜਿਹੜੇ ਕਲਚਰਲ ਐਕਸਚੇਂਜ ਪ੍ਰੋਗਰਾਮ ਵਾਸਤੇ ਆ ਰਹੇ ਆ। ਅਤੇ ਇਹ ਸਭ ਤੋਂ ਵੱਡਾ ਕੋਹੋਰਟ ਹੈ ਜਿਹੜਾ ਕਦੀ ਇੰਡੀਆ 'ਚ ਟਰੈਵਲ ਕੀਤਾ ਹੋਏਗਾ, ਇੱਕ ਸਿੰਗਲ ਕੰਟਰੀ ਜਾਂ ਇੱਕ ਸਿੰਗਲ ਯੂਨੀਵਰਸਿਟੀ ਤੋਂ ਫੋਰ ਅ ਕਲਚਰਲ ਐਕਸਚੇਂਜ ਪ੍ਰੋਗਰਾਮ। ਅਤੇ ਬੜੀ ਤਰ੍ਹਾਂ ਲਈ ਅਲੱਗ-ਅਲੱਗ ਕੋਰਸਿਸ ਵਾਸਤੇ ਬੱਚੇ ਆਉਂਦੇ ਆ ਇੱਥੇ, ਅਤੇ ਅਲੱਗ-ਅਲੱਗ ਐਕਸਚੇਂਜ ਪ੍ਰੋਗਰਾਮਸ ਵਾਸਤੇ ਬੱਚੇ ਆਉਂਦੇ ਆ। ਸੋ ਮੈਮ ਅਗਰ ਮੈਂ ਪ੍ਰੋਗਰਾਮਸ ਦੀ ਗੱਲ ਕਰਾਂ ਤਾਂ ਆਪਣੇ ਸਟੂਡੈਂਟਸ ਨੂੰ ਕੀ ਪ੍ਰੋਗਰਾਮਸ ਆਫਰ ਹੋਣਗੇ CU ਦੇ ਵੱਲੋਂ, ਜੋ ਆਪਣਾ ਮਤਲਬ ਇੱਥੋਂ ਬੱਚਾ ਅਗਰ ਬਾਹਰ ਜਾਵੇ ਸੋ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਉਸ ਚੀਜ਼ ਦੇ ਵਿੱਚ? ਇਹ ਬਹੁਤ ਚੰਗਾ ਕੁਐਸਚਨ ਹੈ ਕਿਉਂਕਿ ਹਜੇ ਤੱਕ ਅਸੀਂ ਜਿਹੜੀ ਗੱਲ ਕਰ ਰਹੇ ਸੀਗੇ ਉਹ ਸ਼ਾਰਟ ਟਰਮ ਜਾਂ ਲੌਂਗ ਟਰਮ ਪ੍ਰੋਗਰਾਮਸ ਦੀ ਗੱਲ ਕਰ ਰਹੇ ਹਾਂ, ਜਿਹਦੇ ਵਿੱਚ ਬੱਚਾ ਕਲਚਰਲ ਐਕਸਚੇਂਜ, ਸਮਰ ਪ੍ਰੋਗਰਾਮ, ਸਮੈਸਟਰ ਪ੍ਰੋਗਰਾਮ, ਇੰਟਰਨੈਸ਼ਨਲ ਟਰਾਂਸਫਰ ਪ੍ਰੋਗਰਾਮ, ਮਤਲਬ ਆਪਣੀ 1 ਜਾਂ 2 ਸਾਲ ਇੱਥੇ ਲਾ ਕੇ ਬਾਕੀ ਜਿਹੜੇ 2 ਸਾਲ ਹੈਗੇ ਉਹ ਬਾਹਰਲੀ ਡਿਗਰੀ ਬਾਹਰਲੀ ਕੰਟਰੀ 'ਚ ਵੀ ਲਾ ਸਕਦੇ ਨੇ, ਪੂਰੀ ਡਿਗਰੀ ਉੱਥੋਂ ਉਹਨਾਂ ਨੂੰ ਮਿਲ ਸਕਦੀ ਹੈ। ਇਸ ਤੋਂ ਇਲਾਵਾ ਜਿਹੜੀਆਂ ਸਾਡੇ ਕੋਲ ਹੁਣ ਓਪਰਚੁਨਿਟੀਜ਼ ਹੈਗੀਆਂ ਉਹ ਹੈਗੀਆਂ ਪ੍ਰੋਜੈਕਟ ਸਮੈਸਟਰ, ਕਿ ਜਿਹੜਾ ਬੱਚਾ ਇੱਕ ਸਮੈਸਟਰ ਪੂਰਾ ਪ੍ਰੋਜੈਕਟ ਵਾਸਤੇ ਬਾਹਰ ਜਾਣਾ ਚਾਹੁੰਦਾ, ਚਾਹੇ ਉਹ ਲੈਬ ਪ੍ਰੋਜੈਕਟ ਹੈ ਜਾਂ ਇੰਡਸਟਰੀਅਲ ਪ੍ਰੋਜੈਕਟ ਹੈ। ਇੰਟਰਨੈਸ਼ਨਲ ਇੰਟਰਨਸ਼ਿਪਸ ਹਰ ਡੋਮੇਨ ਵਿੱਚ, ਰਾਈਟ, ਚਾਹੇ ਉਹ ਮੈਨੇਜਮੈਂਟ ਹੈ, ਇੰਜੀਨੀਅਰਿੰਗ ਹੈ, ਸਾਇੰਸਿਸ ਹੈ, ਸਾਰੇ ਡੋਮੇਨਸ ਦੀਆਂ ਇੰਟਰਨਸ਼ਿਪਸ। ਇਹ ਤੋਂ ਇਲਾਵਾ ਜਿਸ ਦੇ ਉੱਤੇ ਅਸੀਂ ਹੁਣ ਫੋਕਸ ਕਰ ਰਹੇ ਹਾਂ ਉਹ ਰਿਸਰਚ ਇੰਟਰਨਸ਼ਿਪ। ਰਿਸਰਚ ਇੱਕ ਬਹੁਤ ਕੰਪਲੀਕੇਟਿਡ ਜਿਹਾ ਵਰਡ ਸਾਊਂਡ ਹੁੰਦਾ, ਰਿਸਰਚਰਸ, ਵੀ ਪਤਾ ਨਹੀਂ ਕਿੰਨੀ ਵੱਡੀ ਪ੍ਰੋਬਲਮ ਹੈਗੀ ਹੈ, ਆਪਾਂ ਕਿਵੇਂ ਇਹਨੂੰ ਕਰਾਂਗੇ। ਅਤੇ ਰਿਸਰਚ ਇੰਟਰਨਸ਼ਿਪ ਵਾਸਤੇ ਬੱਚੇ ਨੂੰ ਰਿਸਰਚਰ ਹੋਣਾ ਜ਼ਰੂਰੀ ਨਹੀਂ ਹੈਗਾ, ਅਸੀਂ ਉਹਨਾਂ ਨੂੰ ਇਸ ਇੰਟਰਨਸ਼ਿਪ ਵਾਸਤੇ ਵੀ ਭੇਜਦੇ ਹਾਂ ਤਾਂ ਕਿ ਉਹਨਾਂ ਨੂੰ ਬੇਸਿਕਸ ਪਤਾ ਲੱਗੇ ਕਿ ਵੀ ਡੇਟਾ ਕਿਵੇਂ ਕਲੈਕਟ ਕਰੀਦਾ ਹੁੰਦਾ, ਸਰਵੇ ਕਿਵੇਂ ਹੁੰਦਾ ਅਤੇ ਉਹਨੂੰ ਕਿਵੇਂ ਅਸੀਂ ਐਨਾਲਾਈਜ਼ ਕਰਨਾ ਹੁੰਦਾ। ਅਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਜਿਹੜੇ ਬੱਚੇ ਰਿਸਰਚ ਇੰਟਰਨਸ਼ਿਪ ਵਾਸਤੇ ਵੀ ਜਾਂਦੇ, ਜੋ ਆਪਣਾ ਇਹ ਵਿਸ਼ ਜ਼ਾਹਿਰ ਕਰਦੇ ਆ ਜਾਂ ਆਪਣਾ ਦਿਖਾਉਂਦੇ ਆ ਕਿ ਅਸੀਂ ਰਿਸਰਚ ਕਰਨਾ ਚਾਹੁੰਦੇ ਹਾਂ, ਸਿਰਫ ਇਸ ਜ਼ੀਲ ਦੇ ਉੱਤੇ ਵੀ ਬੱਚਿਆਂ ਨੂੰ ਅਸੀਂ ਰਿਸਰਚ ਇੰਟਰਨਸ਼ਿਪ ਦਿੰਦੇ। ਅਤੇ ਜਿਹੜੀਆਂ ਮੈਕਸੀਮਮ ਸਾਡੇ ਓਪਰਚੁਨਿਟੀਜ਼ ਹੁੰਦੀਆਂ ਇੰਟਰਨਸ਼ਿਪਸ ਹੈਗੀਆਂ ਇੰਟਰਨੈਸ਼ਨਲ ਜਾਂ ਫਿਰ ਸਾਡੀ ਰਿਸਰਚ ਇੰਟਰਨਸ਼ਿਪਸ ਹੈਗੀਆਂ, ਇਹ ਸਾਰੀਆਂ ਸਟਾਈਪੈਂਡ ਬੇਸਡ ਹੈ। ਜਿੰਨੇ ਵੀ ਬੱਚੇ ਲੈਬ ਜਾਂ ਇੰਡਸਟਰੀ 'ਚ ਕੰਮ ਕਰਦੇ ਉਹਨਾਂ ਨੂੰ ਪੈਸੇ ਵੀ ਮਿਲਦੇ ਆ, ਠੀਕ ਹੈ। ਅਤੇ ਇਹ ਜਿਹੜੀਆਂ ਓਪਰਚੁਨਿਟੀਜ਼ ਹੈ ਕਿਸੇ ਵੀ ਏਜੰਟ ਥਰੂ ਪੋਸੀਬਲ ਨਹੀਂ ਹੁੰਦੀਆਂ, ਇਹ ਸਿਰਫ ਤਦ ਪੋਸੀਬਲ ਹੈ ਜਦ ਸਾਡੀ ਯੂਨੀਵਰਸਿਟੀ ਆਰਟੀਕੂਲੇਸ਼ਨ ਹੈ, 101 ਆਰਟੀਕੂਲੇਸ਼ਨ ਹੈ, ਕਿਉਂਕਿ ਇਹਦੇ ਉੱਤੇ ਬਹੁਤ ਟਾਈਮ ਲੱਗਦਾ ਹੈ। ਕਈ ਵਾਰੀ 2-2, 3-3 ਸਾਲ ਲੱਗ ਜਾਂਦੇ ਆ ਉਹ ਪ੍ਰੋਫੈਸਰਸ ਨਾਲ ਗੱਲਬਾਤ ਕਰਦੇ ਹੋਏ, ਪ੍ਰੋਗਰਾਮ ਪੂਰਾ ਡਿਵੈਲਪ ਕਰਦੇ ਹੋਏ। ਫਿਰ ਆਫ ਕੋਰਸ ਉਹਦੇ ਵਾਸਤੇ ਗਵਰਨਮੈਂਟ ਅਪਰੂਵਲਸ, ਸਾਰੀ ਬੋਡੀਜ਼ ਦੀ ਅਪਰੂਵਲ ਚਾਹੀਦੀ ਹੁੰਦੀ ਕਿ ਅਸੀਂ ਇਹ ਪਾਰਟਨਰਸ਼ਿਪ ਦੇ ਅੰਦਰ ਇਹ ਵਾਲਾ ਪ੍ਰੋਗਰਾਮ ਡਿਵੈਲਪ ਕਰ ਰਹੇ ਹਾਂ। ਫਿਰ ਲੈਬ ਕੋਲੈਬੋਰੇਸ਼ਨਸ ਹੈਗੀਆਂ ਤਾਂ ਕਿ ਬੱਚਿਆਂ ਨੂੰ ਦੋਨੋਂ ਤਰਫ ਦੀ ਹੈਂਡ ਹੋਲਡਿੰਗ ਮਿਲੇ। ਫੋਰ ਐਨ ਐਗਜ਼ਾਮਪਲ ਹੁਣ ਜਦ ਅਸੀਂ ਸਾਰੇ ਰੋਬੋਟਸ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਗੱਲ ਕਰ ਰਹੇ ਹਾਂ, ਚੈਟ GPT ਦੀ ਗੱਲ ਕਰ ਰਹੇ ਹਾਂ, ਰਾਈਟ, ਅਤੇ ਬੱਚੇ ਕੈਨ ਨਾਟ ਲਿਮਿਟ ਦੈਮਸੈਲਵਸ ਕਿ ਅਸੀਂ ਕਹੀਏ ਕਿ ਹਾਂ ਬਸ ਸਿਰਫ ਇੰਨਾ ਪੜ੍ਹ ਲਿਆ ਉਹਨਾਂ ਨੇ, ਇੰਡੀਅਨ ਲੈਵਲ 'ਤੇ ਪੜ੍ਹ ਲਿਆ ਅਤੇ ਉਹਨਾਂ ਨੂੰ ਅੱਗੇ ਕਨੈਕਟ ਕਰਨ ਦੀ ਲੋੜ ਨਹੀਂ ਹੈਗੀ, ਨਹੀਂ, ਕਿਉਂਕਿ ਵਰਲਡ ਹੁਣ ਡਿਜੀਟਲ ਫੁੱਟਪ੍ਰਿੰਟਸ 'ਤੇ ਚੱਲ ਰਿਹਾ ਅਤੇ ਬਹੁਤ ਜ਼ਿਆਦਾ ਕਨੈਕਟਡ ਹੈ। ਇਸ ਲਈ ਬਹੁਤ ਜ਼ਿਆਦਾ ਜ਼ਰੂਰਤ ਹੈ ਗਲੋਬਲਾਈਜੇਸ਼ਨ ਦੀ, ਤਾਂ ਕਿ ਬੱਚੇ ਸਮਝ ਸਕਣ ਡਿਫਰੈਂਟ ਐਨਵਾਇਰਨਮੈਂਟ, ਡਿਫਰੈਂਟ ਐਟਮੋਸਫੇਅਰ 'ਚ ਕਿਵੇਂ ਕੰਮ ਕਰਨਾ ਉਹਨਾਂ ਨੇ। ਸਿਮਿਲਰਲੀ ਜਦ ਅਸੀਂ ਆਪਣੀ ਐਕਸਚੇਂਜ ਪ੍ਰੋਗਰਾਮਸ ਦੀ ਗੱਲ ਕਰਦੇ ਹਾਂ, ਸਮੈਸਟਰ ਐਕਸਚੇਂਜ ਪ੍ਰੋਗਰਾਮਸ, ਅੱਜ ਅਸੀਂ ਬਾਈ ਚਾਂਸ ਹੀ ਕਰ ਰਹੇ ਸੀਗੇ, ਲਾਈਕ ਨੋਰਮਲੀ ਮੈਂ ਵੀ ਅੱਜ ਬੱਚਿਆਂ ਨੂੰ ਕਿਹਾ ਕਿ ਪਲੀਜ਼ ਗੂਗਲ ਕਰਿਓ ਕਿ ਕਿੰਨੀਆਂ ਯੂਰੋਪੀਅਨ ਆਰਗੇਨਾਈਜੇਸ਼ਨਸ ਇੰਡੀਆ 'ਚ ਮੌਜੂਦ ਹੈ, ਕਿੰਨੀਆਂ ਯੂਰੋਪੀਅਨ ਆਰਗੇਨਾਈਜੇਸ਼ਨਸ ਇੰਡੀਆ 'ਚ ਮੌਜੂਦ ਹੈ। ਸਿਰਫ ਅਸੀਂ ਯੂਰਪ ਦੀ ਗੱਲ ਕਰ ਰਹੇ ਹਾਂ ਜਿਹਦੇ ਵੱਲ ਅਸੀਂ ਜ਼ਿਆਦਾ ਅਟੈਂਸ਼ਨ ਨਹੀਂ ਦਿੰਦੇ, ਮੋਸਟਲੀ ਸਾਡੀ ਅਟੈਂਸ਼ਨ ਨਾਰਥ ਅਮਰੀਕਾ ਵੱਲ ਹੁੰਦੀ ਆ, US ਜਾਂ ਕੈਨੇਡਾ। ਜਦ ਤੁਸੀਂ ਗੂਗਲ ਕਰੋਗੇ ਤੁਹਾਨੂੰ ਜਵਾਬ ਆਏਗਾ 6000, ਯਾਨੀ ਕਿ ਤੁਹਾਡੀਆਂ 6000 ਆਰਗੇਨਾਈਜੇਸ਼ਨਸ ਇੰਡੀਆ 'ਚ ਐਸਟੈਬਲਿਸ਼ਡ ਹੈ। ਅਤੇ ਅਸੀਂ ਬੱਚਿਆਂ ਨੂੰ ਕੋਸ਼ਿਸ਼ ਕਰਦੇ ਹਾਂ ਉਹਨਾਂ ਨਾਲ ਕਨੈਕਟ ਕਰਨ ਦੀ, ਕਿਉਂਕਿ ਜਦ ਇਹ ਆਰਗੇਨਾਈਜੇਸ਼ਨਸ ਨੇ ਹਾਇਰ ਕਰਨਾ ਹੈ ਉਸ ਵੇਲੇ ਉਹ ਦੇਖਣਗੇ ਕਿ ਤੁਹਾਡੇ ਕੋਲ ਕਿਵੇਂ ਦਾ ਐਕਸਪੋਜ਼ਰ ਹੈ। ਤੁਹਾਡੀ ਡਿਗਰੀ ਲਿਮਿਟੇਸ਼ਨ ਬਣ ਜਾਂਦੀ ਕਿ ਸਿਰਫ ਡਿਗਰੀ ਹੈ, ਬਟ ਜੇ ਤੁਹਾਡੇ ਕੋਲ ਯੂਰਪ ਦਾ ਐਕਸਪੀਰੀਅੰਸ ਵੀ ਹੈ, ਯਾਨੀ ਕਿ ਤੁਸੀਂ ਕਰਾਊਡ ਨੂੰ ਕੱਟ ਕਰਤਾ
ਕਿ ਤੁਸੀਂ ਡਿਗਰੀ ਵੀ ਹੈਗੀ ਹੈ ਪਲੱਸ ਯੂਰੋਪੀਅਨ ਐਕਸਪੀਰੀਅੰਸ ਵੀ ਹੈਗਾ। ਤੇ ਇਹੀ ਅਸੀਂ ਬੱਚਿਆਂ ਨੂੰ ਅੱਜ ਸੈਂਸਿਟਾਈਜ਼ ਕਰ ਰਹੇ ਹਾਂ ਇਸ ਟਾਈਮ ਵਿੱਚ ਕਿ ਪਲੀਜ਼ ਤੁਸੀਂ ਇੱਕ ਵਾਰੀ ਦੇਖੋ ਕਿ ਜਿਹੜੀ ਆਰਗੇਨਾਈਜੇਸ਼ਨ ਨਾਲ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਚਾਹੇ ਉਹ ਮਾਈਕਰੋਸਾਫਟ ਹੈ, ਡਿਲੋਇਟ ਹੈ, ਮੈਕੈਂਜ਼ੀ ਹੈ, ਜਿਹੜੀ ਵੀ ਤੁਹਾਡੀ ਡ੍ਰੀਮ ਕੰਪਨੀ ਹੈ, ਉਹਦਾ ਹੈੱਡਕੁਆਟਰ ਕਿੱਥੇ ਹੈ, ਸੈਮਸੰਗ ਦਾ ਹੈੱਡਕੁਆਟਰ ਕਿੱਥੇ ਹੈ, LG ਦਾ ਹੈੱਡਕੁਆਟਰ ਕਿੱਥੇ ਹੈ, ਤੁਹਾਨੂੰ ਆਨਸਰ ਮਿਲ ਜਾਣਗੇ ਕਿ ਮੇਰੀ ਕਿਹੜੀ ਕੰਟਰੀ ਹੈ ਜਿੱਥੋਂ ਜਾ ਕੇ ਮੈਂ ਸਮੈਸਟਰ ਐਕਸਚੇਂਜ ਦਾ ਐਕਸਪੋਜ਼ਰ ਲੈਣਾ ਜਾਂ ਇੰਡਸਟਰੀ ਐਕਸਪੋਜ਼ਰ ਲੈਣਾ। ਆਪਾਂ ਨੂੰ ਪਤਾ ਹੀ ਨਹੀਂ ਕਿ ਸਾਡੀ ਬੈਟਰੀਜ਼ ਕਿੱਥੇ ਬਣਦੀਆਂ ਮੋਬਾਈਲ ਦੀਆਂ। ਇਹ ਥੋੜੇ ਬੇਸਿਕ ਕੁਐਸਚਨਸ ਹੈ, ਜਦ ਤੁਸੀਂ ਇਹਨਾਂ ਦੇ ਆਪਣੇ ਆਪ ਆਨਸਰਸ ਦੇਖ ਲਓਗੇ ਤੁਹਾਨੂੰ ਆਪਣੀ ਕੰਟਰੀ ਵੀ ਪਤਾ ਲੱਗ ਜਾਏਗੀ ਕਿ ਕਿਹੜੀ ਕੰਟਰੀ 'ਚੋਂ ਮੈਂ ਐਕਸਪੀਰੀਅੰਸ ਜਾਂ ਐਕਸਪੋਜ਼ਰ ਲੈ ਕੇ ਆਵਾਂ ਥਰੂ ਯੂਨੀਵਰਸਿਟੀ ਪਾਰਟਨਰਸ਼ਿਪ, ਤਾਂ ਕਿ ਮੈਨੂੰ ਮੈਕਸਿਮਮ ਓਪਰਚੁਨਿਟੀਜ਼ ਅਸੀਂ ਗ੍ਰੈਬ ਕਰ ਸਕੀਏ। ਆਈ ਥਿੰਕ ਇੱਕ ਇਹ ਬਹੁਤ ਵੱਡਾ ਰੀਜ਼ਨ ਹੈ ਬੱਚਿਆਂ ਦੀ ਸਕਸੈਸ ਦਾ ਇੱਥੇ, ਕਿ ਜਿਹੜੀ ਉਹਨਾਂ ਨੂੰ ਇੰਟਰਨੈਸ਼ਨਲ ਪਲੇਟਫਾਰਮ ਦੀਆਂ ਓਪਰਚੁਨਿਟੀਜ਼ ਮਿਲਦੀਆਂ, ਜਿਹੜੀਆਂ ਪੈਨ ਇੰਡੀਆ ਨੰਬਰ 1 ਓਪਰਚੁਨਿਟੀਜ਼ ਹੈ। ਐਂਡ ਸਾਨੂੰ ਬਹੁਤ ਪ੍ਰਾਊਡ ਹੈ ਇਸ ਗੱਲ ਦਾ ਕਿ ਜਿਹੜੀਆਂ ਓਪਰਚੁਨਿਟੀਜ਼ ਅਸੀਂ ਇੰਟਰਨੈਸ਼ਨਲ ਲੈਵਲ ਤੇ ਬੱਚਿਆਂ ਵਾਸਤੇ ਕ੍ਰੀਏਟ ਕਰ ਸਕੇ ਹਾਂ। ਸੋ ਅਗਰ ਮੈਂ ਟਾਈਪਸ ਦੀ ਗੱਲ ਕਰਾਂ ਮੈਮ, ਤਾਂ ਚੰਡੀਗੜ੍ਹ ਯੂਨੀਵਰਸਿਟੀ ਦਾ ਕਿੰਨੇ ਕੁ ਯੂਨੀਵਰਸਿਟੀਜ਼ ਦੇ ਨਾਲ ਟਾਈਪ ਹੈਗਾ? ਇਸ ਵੇਲੇ ਯੂਨੀਵਰਸਿਟੀ ਦਾ 460 ਪਲੱਸ ਯੂਨੀਵਰਸਿਟੀਜ਼ ਨਾਲ ਟਾਈਪ ਹੈ ਅਕ੍ਰੋਸ 90 ਕੰਟਰੀਜ਼। ਤੇ ਜਿਹੜੀਆਂ ਪਾਰਟਨਰਸ਼ਿਪਸ ਹੈ ਇਹਦੇ ਵਿੱਚ ਤਕਰੀਬਨ 13 ਤਰ੍ਹਾਂ ਦੇ ਪ੍ਰੋਗਰਾਮਸ ਦੇ ਰਹੇ ਹਾਂ ਅਸੀਂ, ਸ਼ਾਰਟ ਟਰਮ ਤੋਂ ਲੈ ਕੇ ਲੌਂਗ ਟਰਮ। ਥੋੜ੍ਹੇ ਜਿਹੇ ਮੈਂ ਤੁਹਾਨੂੰ ਦੱਸ ਦੇਣੀ ਹੈ, ਜਿਵੇਂ ਅਸੀਂ ਕਿਹਾ ਕਲਚਰਲ ਐਕਸਚੇਂਜ ਪ੍ਰੋਗਰਾਮ, 2 ਯੂਨੀਵਰਸਿਟੀਜ਼ ਮਿਲ ਕੇ ਕਲਚਰਲ ਪ੍ਰੋਗਰਾਮ ਬਣਾਉਂਦੀਆਂ ਤਾਂ ਕਿ ਬੱਚਿਆਂ ਨੂੰ ਪੂਰਾ ਸੈਂਸਿਟਾਈਜੇਸ਼ਨ ਹੋ ਸਕੇ। ਸਮਰ ਪ੍ਰੋਗਰਾਮਸ ਹੈ, ਸਮਰ ਪ੍ਰੋਗਰਾਮਸ ਅਸੀਂ ਪ੍ਰੋਵਾਈਡ ਕਰਦੇ ਹਾਂ ਬੱਚਿਆਂ ਨੂੰ ਹਾਰਵਰਡ, ਸਟੈਨਫੋਰਡ, ਕੈਂਬਰਿਜ, ਆਕਸਫੋਰਡ, ਬ੍ਰਿਟਿਸ਼ ਕੋਲੰਬੀਆ, ਆਲ ਟੌਪ ਯੂਨੀਵਰਸਿਟੀਜ਼। ਇਹ ਤੋਂ ਇਲਾਵਾ ਸਾਡੀਆਂ ਆਪਣੀਆਂ ਯੂਨੀਵਰਸਿਟੀਜ਼ ਵੀ ਹੈਗੀਆਂ ਜਿਨ੍ਹਾਂ ਨੇ ਸਮਰ ਪ੍ਰੋਗਰਾਮਸ ਕਰਨੇ ਆ। ਇਸ ਤੋਂ ਇਲਾਵਾ ਸਾਡੇ ਟੇਲਰ ਮੇਡ ਪ੍ਰੋਗਰਾਮਸ ਹੁੰਦੇ ਆ, ਜਿਵੇਂ ਹਜੇ ਅਸੀਂ ਇੱਕ ਡਿਜੀਟਲ ਟਰਾਂਸਫੋਰਮੇਸ਼ਨ ਦਾ ਪ੍ਰੋਗਰਾਮ ਕੀਤਾ ਹੈ, ਇੰਟਰਡਿਸਪਲਿਨਰੀ ਪ੍ਰੋਗਰਾਮ ਸੀਗਾ, ਜਿਹਦੇ ਵਿੱਚ ਪ੍ਰੋਜੈਕਟ ਦਿੱਤਾ ਸੀਗਾ ਹਿਲਟਨ ਮਾਲ ਆਫ ਐਮੀਰੇਟਸ ਨੇ। ਗੂਗਲ ਆਫਿਸ ਜਾ ਕੇ ਬੱਚਿਆਂ ਨੇ ਉਹਨਾਂ ਤੋਂ ਸੈਸ਼ਨ ਲਿੱਤਾ ਸੀਗਾ, 1 ਘੰਟੇ ਦਾ ਮੈਂਟਰਿੰਗ ਸੈਸ਼ਨ ਸੀਗਾ ਗੂਗਲ ਆਫਿਸ 'ਚ, ਕਿ ਕਿਵੇਂ ਅਸੀਂ ਟ੍ਰੈਂਡਸ ਐਨਾਲਾਈਜ਼ ਕਰਦੇ ਹਾਂ, ਕਿਹੜੇ ਗੂਗਲ ਦੇ ਟੂਲਸ ਹੈ ਜਿਹੜੇ ਅਸੀਂ ਯੂਜ਼ ਕਰਕੇ ਡੇਟਾ ਐਕਸਟਰੈਕਟ ਕਰਦੇ ਹਾਂ। ਇਹ ਤੋਂ ਇਲਾਵਾ ਫਿਰ ਬੱਚਿਆਂ ਨੂੰ ਗਰੁੱਪਸ ਦਿੱਤੇ ਗਏ ਸੀ ਤਾਂ ਕਿ ਉਹ ਆਪਣੀ ਪ੍ਰੋਬਲਮ ਲਾਈਵ ਕਲਾਇੰਟ ਸੋਲਿਊਸ਼ਨ ਦੇ ਸਕਣ। ਇਸ ਤੋਂ ਇਲਾਵਾ ਡਿਜੀਟਲ ਮਾਰਕੀਟਿੰਗ ਅਨਦਰ ਪ੍ਰੋਗਰਾਮ ਹੈ ਜਿਹੜਾ ਸਾਡੀ IBM ਇਨਫੋਸਿਸ ਦੇ ਆਰ ਹਾਇਰਿੰਗ ਬਿਲੀਅਨ ਆਫ ਪੀਪਲ ਜਿਨ੍ਹਾਂ ਨੇ ਡਿਜੀਟਲ ਮਾਰਕੀਟਿੰਗ ਦੇ ਕਨਸੈਪਟਸ ਕਲੀਅਰ ਹੈਗੇ ਹੈ। ਫਿਰ ਉਸ ਤੋਂ ਬਾਅਦ ਅਸੀਂ ਸਮੈਸਟਰ ਐਕਸਚੇਂਜ ਪ੍ਰੋਗਰਾਮਸ, ਪ੍ਰੋਜੈਕਟ ਸਮੈਸਟਰ, ਇੰਟਰਨਸ਼ਿਪ, ਰਿਸਰਚ ਇੰਟਰਨਸ਼ਿਪਸ, ਆਰਟੀਕੂਲੇਸ਼ਨਸ ਹੈਗੀਆਂ। ਆਰਟੀਕੂਲੇਸ਼ਨ ਜਿਵੇਂ ਅਸੀਂ ਕਹਿੰਦੇ ਕਿ ਤੁਸੀਂ 1 ਸਾਲ ਇੱਥੇ ਕਰਕੇ 2 ਸਾਲ ਫੋਰਨ ਕੰਟਰੀ, ਜਾਂ 2 ਸਾਲ ਇੱਥੇ ਕਰਕੇ 2 ਸਾਲ ਫੋਰਨ ਕੰਟਰੀ, ਜਾਂ ਤੁਸੀਂ 2+1 ਕਰ ਸਕਦੇ ਹੋ, ਜਾਂ ਜੇ ਤੁਸੀਂ ਮਾਸਟਰਸ ਡਿਗਰੀ ਵਿੱਚ ਐਡਮਿਸ਼ਨ ਲਿੱਤੀ ਹੈ ਤਾਂ ਤੁਸੀਂ 1+1 ਪ੍ਰੋਗਰਾਮ ਵੀ ਕਰ ਸਕਦੇ ਹੋ। ਥੈਂਕ ਯੂ ਸੋ ਮਚ ਮੈਮ। ਤੁਸੀਂ ਜਾਂਦੇ ਜਾਂਦੇ ਕੁਝ ਵਿਊਅਰਸ ਨੂੰ ਕਹਿਣਾ ਚਾਹੋਗੇ ਜੋ ਇੰਟਰਨੈਸ਼ਨਲ ਐਡਮਿਸ਼ਨਸ ਬਾਰੇ ਥੋੜ੍ਹੀ ਹੋਰ, ਅਗਰ CU ਚੂਜ਼ ਕਰਨਾ ਹੋਵੇ ਤਾਂ ਉਹ ਕਿਉਂ CU ਨੂੰ ਚੂਜ਼ ਕਰਨ? ਆਈ ਥਿੰਕ ਅੱਜ ਜਿਹੜੀਆਂ ਸਾਡੀਆਂ ਪ੍ਰੈਜੈਂਟੇਸ਼ਨ ਜਾਂ ਓਰੀਐਂਟੇਸ਼ਨ ਹੋ ਰਹੀ ਹੈ ਉਹਦੇ ਵਿੱਚ 10 ਪੁਆਇੰਟਸ ਦਿੱਤੇ ਹੈ। ਯੂਨੀਵਰਸਿਟੀ ਦਾ ਇਨਫਰਾਸਟਰਕਚਰ, ਯੂਨੀਵਰਸਿਟੀ ਦੀ ਰਿਸਰਚ ਫੈਸਿਲਿਟੀਜ਼, ਯੂਨੀਵਰਸਿਟੀ 'ਚ ਫਰੀडम ਆਫ ਬਿਕਮਿੰਗ ਐਨ ਐਂਟਰਪ੍ਰੇਨਿਓਰ, ਸਟਾਰਟਅਪਸ, ਪੇਟੈਂਟਸ, ਕ੍ਰਾਸ ਕਲਚਰ, स्पोर्ट्स, इंटरनेशनल प्लेसमेंट्स, सिविल सर्विसेज, कुछ भी जो आप बनना चाहते हो, जो भी हमारे बच्चे बनना चाहते हैं, चंडीगढ़ यूनिवर्सिटी प्रोवाइड्स देम द बेस्ट ऑफ द प्लेटफॉर्म। सो ਅੱਜ ਆਪਾਂ ਮੌਜੂਦ ਹਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ, ਜਿੱਥੇ ਮੇਰੇ ਨਾਲ ਮੌਜੂਦ ਨੇ ਇੰਟਰਨੈਸ਼ਨਲ ਐਡਮਿਸ਼ਨ ਦੇ ਹੈਡ ਧੀਰਜ ਸੋਨੀ ਜੀ। ਸਭ ਤੋਂ ਪਹਿਲਾਂ ਮੈਂ ਵਿਊਅਰਸ ਨੂੰ ਇਹ ਦੱਸਣਾ ਚਾਹੂੰਗੀ ਕਿ ਇਹ ਇੰਟਰਵਿਊ ਦਾ ਜਿਹੜਾ ਖਾਸ ਮਕਸਦ ਹੈ ਉਹ ਇਹ ਹੈ ਕਿ ਉਸ ਚੀਜ਼ 'ਤੇ ਜਾਣਨਾ ਪਾਵੇਗੀ ਜਿਹੜੇ ਬੱਚੇ ਬਾਹਰੋਂ ਆਪਣਾ ਐਜੂਕੇਸ਼ਨ ਛੱਡ ਕੇ ਇੱਥੇ ਇੰਡੀਆ ਆ ਰਹੇ ਨੇ, ਕੀ ਫੈਕਲਟੀਜ਼ ਮਿਲਣਗੀਆਂ ਉਹਨਾਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਤੋਂ, ਤਾਂ ਉਹਦੇ ਬਾਰੇ ਜਾਣਕਾਰੀ ਮਿਲੂਗੀ। ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਸਰ ਮੈਂ ਜਿਵੇਂ ਕਿਹਾ ਕਿ ਬਹੁਤ ਸਾਰੇ ਬੱਚੇ ਨੇ ਜੋ ਬਾਹਰੋਂ ਇੱਥੇ ਆ ਰਹੇ ਨੇ ਐਂਡ ਇੱਥੋਂ ਦਾ ਐਜੂਕੇਸ਼ਨ ਸਿਸਟਮ ਅਡੋਪਟ ਕਰ ਰਹੇ ਨੇ, ਸੋ ਕੀ ਉਹਨਾਂ ਨੂੰ ਫੈਕਲਟੀ ਐਂਡ ਕੀ ਉਹਨਾਂ ਨੂੰ ਆਫਰਸ ਮਿਲ ਰਹੇ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਵੱਲੋਂ? ਦੇਖੋ, ਲਾਈਕ ਫੋਰਨ ਦੇ ਸਟੂਡੈਂਟਸ ਦਾ ਇੰਡੀਆ ਵੱਲ ਰੁਝਾਨ ਤੁਸੀਂ ਕਹਿ ਸਕਦੇ ਹੋ ਪਿਛਲੇ ਕੁਝ 10 ਕੁ ਸਾਲਾਂ ਤੋਂ ਹੀ ਵਧਿਆ ਹੈ। ਠੀਕ ਹੈ, ਫੋਰਨ ਤੋਂ ਕਾਫੀ ਬੱਚਾ ਹੁਣ ਅੱਜ ਕੱਲ੍ਹ ਇੰਡੀਆ ਆ ਰਿਹਾ ਹੈ। ਹਰ ਸਾਲ ਤਕਰੀਬਨ 15,000 ਤੋਂ 20,000 ਦੇ ਕਰੀਬ ਬੱਚਾ ਜੋ ਸਾਨੂੰ ਪਤਾ ਹੈ ਇੰਡੀਆ ਆਉਂਦਾ ਹੈ। ਹਾਲਾਂਕਿ ਇਹ ਨੰਬਰ 50,000 ਤੱਕ ਹੈ। ਜੇ ਆਪਾਂ ਪੂਰੇ ਇੰਡੀਆ ਦਾ ਨੰਬਰ ਲਗਾਉਂਦੇ ਹਾਂ ਤਾਂ 50,000 ਦੇ ਕਰੀਬ ਆਪਣੇ ਕੋਲ ਫੋਰਨ ਦਾ ਸਟੂਡੈਂਟ ਇੰਡੀਆ ਆਉਂਦਾ ਹੈ। ਠੀਕ ਹੈ, ਜੇ ਆਪਾਂ ਇਸ ਸੂਬੇ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਯੂਨੀਵਰਸਿਟੀ ਨੇ ਪਿਛਲੇ 3-4 ਸਾਲਾਂ 'ਚ ਕਾਫੀ ਗਰੋਥ ਕੀਤੀ ਹੈ। ਸਾਡੇ ਕੋਲ ਅੱਜ ਦੀ ਡੇਟ 'ਚ ਤਕਰੀਬਨ 2,500 ਇੰਟਰਨੈਸ਼ਨਲ ਸਟੂਡੈਂਟ ਪੜ੍ਹ ਰਿਹਾ ਹੈ। ਠੀਕ ਹੈ, ਅਤੇ ਇਹ ਸਟੂਡੈਂਟ ਸਾਡੇ ਕੋਲ ਸਿਰਫ 2-4 ਕੰਟਰੀਆਂ ਤੋਂ ਨਹੀਂ, ਤਕਰੀਬਨ 55 ਕੰਟਰੀਆਂ ਤੋਂ ਸਾਡੇ ਕੋਲ ਇਹ ਬੱਚੇ ਆ ਰਹੇ ਹੈ। ਠੀਕ ਹੈ, ਬੱਚਿਆਂ ਦਾ ਇੰਡੀਆ ਵੱਲ ਰੁਝਾਨ ਤੁਸੀਂ ਕਹਿ ਸਕਦੇ ਹੋ ਕਿ ਜੀ ਜੋ ਇੰਡੀਆ ਦੀ ਐਜੂਕੇਸ਼ਨ ਕੁਆਲਿਟੀ ਹੈ, ਠੀਕ ਹੈ, ਇੰਡੀਆ ਦੀ ਐਜੂਕੇਸ਼ਨ ਆਪਣੀ ਫੀਸ ਹੈ, ਹਰ ਕਿਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਬੱਚਿਆਂ ਦਾ ਰੁਝਾਨ ਇੰਡੀਆ ਵੱਲ ਵੱਧ ਹੋ ਰਿਹਾ। ਠੀਕ ਹੈ, ਕਿਉਂਕਿ ਹਰ ਕਿਸੇ ਨੂੰ ਪਤਾ ਕਿ ਇੰਡੀਅਨ ਐਜੂਕੇਸ਼ਨ ਜੋ ਹੈ ਉਹ ਬੱਚੇ ਦਾ ਭਵਿੱਖ ਜ਼ਿਆਦਾ ਅੱਛਾ ਬਣਾਉਂਦੀ ਹੈ, ਅਤੇ ਇਸ ਨੂੰ ਲੈ ਕੇ ਕਿ ਫੋਰਨ ਦੇ ਸਟੂਡੈਂਟਸ ਦਾ ਰੁਝਾਨ ਇੰਡੀਆ ਵੱਲ ਕਾਫੀ ਵਧਿਆ ਹੈ।
ਜੇ ਆਪਾਂ ਗੱਲ ਕਰਦੇ ਹਾਂ ਕਿ ਫੋਰਨ ਦੇ ਸਟੂਡੈਂਟਸ ਨੂੰ ਆਪਾਂ ਕਿਆ ਫੈਸਿਲਿਟੀਜ਼ ਵਗੈਰਾ ਦੇ ਰਹੇ ਹਾਂ, ਕਿਹੜੇ ਕੋਰਸਿਸ ਦੇ ਵਿੱਚ ਸਟੂਡੈਂਟ ਇੱਥੇ ਆ ਕੇ ਐਡਮਿਸ਼ਨ ਲੈਂਦਾ ਹੈ, ਤੇ ਤੁਸੀਂ ਕਹਿ ਸਕਦੇ ਹੋ ਕਿ ਹਰ ਇੱਕ ਰੀਜਨ ਤੋਂ, ਚਾਹੇ ਉਹ ਅਫਰੀਕਾ ਰੀਜਨ ਦੇਖੀਏ ਆਪਾਂ, ਚਾਹੇ ਆਪਾਂ ਸਾਊਥ ਈਸਟ ਏਸ਼ੀਆ ਦੇਖੀਏ, ਚਾਹੇ ਆਪਾਂ ਮਿਡਲ ਈਸਟ ਦੇਖੀਏ, ਹਰ ਇੱਕ ਕੰਟਰੀ ਦਾ, ਇੱਕ ਸੂਬੇ ਦਾ ਆਪਣਾ ਹੀ ਅਲੱਗ ਕ੍ਰਾਈਟੀਰੀਆ ਹੈ ਐਜੂਕੇਸ਼ਨ ਦਾ। ਅਫਰੀਕਨ ਸਟੂਡੈਂਟ ਸਾਡੇ ਕੋਲ ਵੱਧ ਅਪਲਾਈਡ ਹੈਲਥ ਸਾਇੰਸਿਸ ਕੋਰਸਿਸ ਚਾਹੁੰਦੇ ਆ, ਮੈਡੀਕਲ ਲੈਬ ਟੈਕਨੋਲੋਜੀ ਹੋ ਗਿਆ, ਫਿਜ਼ੀਓਥੈਰੇਪੀ ਹੋ ਗਈ, ਫਾਰਮੇਸੀ ਹੋ ਗਈ, ਆਪਟੋਮੈਟਰੀ ਹੋ ਗਈ। ਫਿਰ ਉਸ ਤੋਂ ਬਾਅਦ ਨੰਬਰ ਆਉਂਦਾ ਜੀ ਬਿਜ਼ਨਸ ਪ੍ਰੋਗਰਾਮਸ ਦਾ, ਜਿਹਦੇ 'ਚ ਕਾਫੀ ਜ਼ਿਆਦਾ ਬੱਚੇ ਐਡਮਿਸ਼ਨ ਲੈਂਦੇ ਹੈ। ਫਿਰ ਸਾਡੇ ਕੋਲ ਸਟੂਡੈਂਟਸ ਇੰਜੀਨੀਅਰਿੰਗ ਪ੍ਰੋਗਰਾਮ 'ਚ ਵੀ ਆਉਂਦੇ ਆ, ਠੀਕ ਹੈ। ਸਿਮਿਲਰਲੀ ਸਾਡੇ ਕੋਲ ਨੇਪਾਲ ਤੋਂ, ਬੰਗਲਾਦੇਸ਼ ਤੋਂ, ਭੂਟਾਨ ਤੋਂ ਕਾਫੀ ਬੱਚਾ ਇੱਥੇ ਪੜ੍ਹ ਰਿਹਾ ਹੈ। ਤੇ ਯੂਨੀਵਰਸਿਟੀ ਨੇ ਕੋਸ਼ਿਸ਼ ਕੀਤੀ ਹੈ ਕਿ ਬੱਚੇ ਦਾ ਜੋ ਅਕੈਡਮਿਕ ਇੱਕ ਕੈਰੀਅਰ ਹੈ, ਠੀਕ ਹੈ, ਬੱਚਾ ਸਾਡੇ ਕੋਲ ਐਡਮਿਸ਼ਨ ਲੈਣ ਤੋਂ ਪਾਸ ਹੋਣ ਤੱਕ ਦਾ, ਅਸੀਂ ਉਸ ਜਰਨੀ ਨੂੰ ਇੱਕ ਅੱਛੇ ਤਰੀਕੇ ਨਾਲ ਬਣਾਈਏ। ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਸਟੂਡੈਂਟਸ ਨੂੰ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਪ੍ਰੋਵਾਈਡ ਕਰੀਏ ਜੋ ਕਿ ਉਹਨਾਂ ਦੀ ਇਸ ਜਰਨੀ ਨੂੰ ਇੱਕ ਅੱਛਾ ਬਣਾ ਕੇ ਦੇਵੇ, ਤਾਂ ਕਿ ਉਹ ਜਦ ਇੰਡੀਆ ਤੋਂ ਪੜ੍ਹ ਕੇ ਜਾਣ ਤੇ ਹੋਰ ਬੱਚਿਆਂ ਨੂੰ ਵੀ ਦੱਸਣ ਕਿ ਨਹੀਂ, ਇੰਡੀਅਨ ਐਜੂਕੇਸ਼ਨ ਇੱਕ ਬਹੁਤ ਅੱਛੀ ਐਜੂਕੇਸ਼ਨ ਹੈ, ਉੱਥੇ ਜਾ ਕੇ ਪੜ੍ਹਨਾ ਚਾਹੀਦਾ ਹੈ, ਤਾਂ ਕਿ ਇੰਡੀਅਨ ਐਜੂਕੇਸ਼ਨ ਨੂੰ ਅਸੀਂ ਵਰਲਡ ਵਾਈਡ ਹੋਰ ਪ੍ਰਮੋਟ ਕਰ ਸਕੀਏ। ਸਰ ਅਗਰ ਮੈਂ ਸਟੂਡੈਂਟਸ ਦੀ ਚੋਇਸ ਦੀ ਗੱਲ ਕਰਾਂ ਤਾਂ ਕਿਹੜੇ ਪ੍ਰੋਗਰਾਮਸ ਜਾਂ ਕਹਿ ਲਓ ਕਿਹੜੇ ਕੋਰਸਿਸ ਦੇ ਵਿੱਚ ਉਹ ਜ਼ਿਆਦਾ ਆਪਟ ਕਰ ਰਹੇ ਨੇ ਇੱਥੇ ਆ ਕੇ? ਜਿਵੇਂ ਮੈਂ ਦੱਸਿਆ, ਲਾਈਕ ਹਰ ਇੱਕ ਰੀਜਨ ਦਾ ਇੱਕ ਅਲੱਗ ਹੀ ਇੰਟਰਸਟ ਹੈ ਬੱਚਿਆਂ ਦਾ। ਸਾਡੇ ਕੋਲ BBA ਦੇ ਸਟੂਡੈਂਟਸ ਵੱਧ ਹੈ, ਸਾਡੇ ਕੋਲ ਮੈਡੀਕਲ ਲੈਬ ਟੈਕਨੋਲੋਜੀ ਦੇ ਸਟੂਡੈਂਟਸ ਹੈਗੇ ਆ, ਸਾਡੇ ਕੋਲ ਇੰਜੀਨੀਅਰਿੰਗ ਦੇ ਬੱਚੇ ਆਉਂਦੇ ਆ, ਸਾਡੇ ਕੋਲ ਤੁਸੀਂ ਕਹਿ ਸਕਦੇ ਹੋ ਫਾਰਮੇਸੀ ਦੀ ਡਿਮਾਂਡ ਬਹੁਤ ਜ਼ਿਆਦਾ ਰਹਿੰਦੀ ਹੈ। ਤੇ ਹਰ ਇੱਕ ਕੰਟਰੀ ਦਾ ਇੱਕ ਬੱਚੇ ਦਾ ਆਪਣਾ ਇੰਟਰਸਟ ਹੈ, ਬਟ ਮੈਜੋਰਿਟੀ ਜੇ ਆਪਾਂ ਗੱਲ ਕਰੀਏ ਤਾਂ ਇੱਕ ਬਿਜ਼ਨਸ, ਹੈਲਥ ਸਾਇੰਸਿਸ ਤੇ ਇੰਜੀਨੀਅਰਿੰਗ ਦਾ ਬੱਚਾ ਵੱਧ ਆ ਰਿਹਾ ਹੈ। ਸੋ ਸਰ ਮੈਂ ਆਖਰੀ ਸਵਾਲ ਕਰੂੰਗੀ, ਅਗਰ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕਰਾਂ ਤਾਂ ਕਿ ਉਹਨਾਂ ਲਈ ਕੁਝ ਅਲੱਗ ਤੋਂ ਇਨਫਰਾਸਟ੍ਰਕਚਰ ਬਣਾਇਆ ਗਿਆ ਹੈ ਚੰਡੀਗੜ੍ਹ ਯੂਨੀਵਰਸਿਟੀ ਦੇ ਵੱਲੋਂ? ਦੇਖੋ, ਜਦ ਇੰਟਰਨੈਸ਼ਨਲ ਸਟੂਡੈਂਟ ਦੀ ਗੱਲ ਹੁੰਦੀ ਹੈ ਤੇ ਚੰਡੀਗੜ੍ਹ ਯੂਨੀਵਰਸਿਟੀ ਨੇ ਹਰ ਪੱਖੋਂ ਕੋਸ਼ਿਸ਼ ਕੀਤੀ ਹੈ ਕਿ ਬੱਚੇ ਦਾ ਜੋ ਅਕੈਡਮਿਕ ਜਰਨੀ ਹੈ, ਜਿਵੇਂ ਪਹਿਲੇ ਆਪਣੀ ਗੱਲ ਹੋਈ, ਆਪਾਂ ਉਸ ਨੂੰ ਵਧੀਆ ਤਰੀਕੇ ਨਾਲ ਬਣਾਈਏ। ਇਸ ਲਈ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਟੂਡੈਂਟਸ ਨੂੰ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਦਿੱਤੀ ਜਾਵੇ। ਹੁਣ ਬੱਚੇ ਦੀ ਐਡਮਿਸ਼ਨ ਤੋਂ ਲੈ ਕੇ ਬੱਚੇ ਦੇ ਡਿਗਰੀ ਕੰਪਲੀਟ ਕਰਨ ਤੱਕ ਦੀ ਇੱਕ ਜਰਨੀ ਲਈ ਬਹੁਤ ਸਾਰੀ ਚੀਜ਼ਾਂ ਵਿੱਚ ਇਨਵੋਲਵਡ ਹੈ। ਸਾਡੇ ਲਾਈਕ ਇੰਟਰਨੈਸ਼ਨਲ ਸਟੂਡੈਂਟਸ ਲਈ ਅਸੀਂ ਇੱਕ ਅਲੱਗ ਤੋਂ ਇੰਟਰਨੈਸ਼ਨਲ ਐਡਮਿਸ਼ਨ ਸੈੱਲ ਹੈ, ਇੰਟਰਨੈਸ਼ਨਲ ਰਿਲੇਸ਼ਨ ਸੈੱਲ ਹੈ, ਜਿਹਦੇ ਵਿੱਚ ਬੱਚਾ ਲਾਈਕ ਫੋਰਨ ਯੂਨੀਵਰਸਿਟੀ ਵੀ ਇੱਥੋਂ ਅਪਲਾਈ ਕਰ ਸਕਦਾ ਹੈ। ਫਿਰ ਸਾਡਾ ਇੱਕ ਇੰਟਰਨੈਸ਼ਨਲ ਸਟੂਡੈਂਟ ਸਰਵਿਸਿਜ਼ ਦਾ ਸੈੱਲ ਹੈ, ਜਿਸ ਦੇ ਵਿੱਚ ਬੱਚੇ ਦੀ ਸਾਰੀ ਹੀ ਅਕੈਡਮਿਕ ਜਰਨੀ ਨੂੰ ਮੋਨੀਟਰ ਕੀਤਾ ਜਾਂਦਾ ਹੈ। ਬੱਚੇ ਦੀ ਕਲਾਸ ਦੇ ਮਾਰਕਸ ਤੋਂ ਲੈ ਕੇ ਉਸਦੇ ਐਗਜ਼ਾਮਸ ਦੇ ਮਾਰਕ ਵਿੱਚ, ਜੇ ਬੱਚਾ ਕਿਸੇ ਸਬਜੈਕਟ ਵਿੱਚ ਕਮਜ਼ੋਰ ਹੈ ਉਸ ਨੂੰ ਐਡੀਸ਼ਨਲ ਕਲਾਸਾਂ ਦੇਣ ਵਿੱਚ, ਹਰ ਇੱਕ ਚੀਜ਼ ਦੇ ਲਈ ਬੱਚੇ ਨੂੰ ਉਹਦੇ 'ਚ ਹੈਲਪ ਕੀਤੀ ਜਾਂਦੀ ਹੈ। ਸੋ ਸਰ ਮੈਂ ਸਟੱਡਿੰਗ ਇੰਡੀਆ ਪ੍ਰੋਗਰਾਮਿੰਗ ਦੇ ਬਾਰੇ ਗੱਲ ਕਰਾਂ ਤਾਂ ਉਹਦੇ ਬਾਰੇ ਕੀ ਜਾਣਕਾਰੀ ਦੇਣਾ ਚਾਹੋਗੇ ਸੀ ਸਟੂਡੈਂਟਸ ਨੂੰ? ਦੇਖੋ, ਸਟੱਡੀ ਇਨ ਇੰਡੀਆ ਪ੍ਰੋਗਰਾਮ ਇੱਕ ਗਵਰਨਮੈਂਟ ਆਫ ਇੰਡੀਆ ਇਨੀਸ਼ੀਏਟਿਵ ਪ੍ਰੋਗਰਾਮ ਹੈ ਜੋ ਕਿ 2018 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਸਟਾਰਟ ਕੀਤਾ, ਜਿਸ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਇੰਟਰਨੈਸ਼ਨਲ ਸਟੂਡੈਂਟਸ ਨੂੰ 100% ਤੱਕ ਦੀ ਸਕਾਲਰਸ਼ਿਪ ਆਫਰ ਕਰਦਾ ਹੈ, ਤਾਂ ਕਿ ਉਹ ਇੰਡੀਆ ਆ ਕੇ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕਣ। ਬੱਚਾ ਅੰਡਰ ਗ੍ਰੈਜੂਏਟ ਪ੍ਰੋਗਰਾਮ 'ਚ ਵੀ ਆ ਸਕਦਾ ਹੈ, ਬੱਚਾ ਪੋਸਟ ਗ੍ਰੈਜੂਏਟ ਪ੍ਰੋਗਰਾਮ ਵਿੱਚ ਵੀ ਆ ਸਕਦਾ ਹੈ। ਜੇ ਅਸੀਂ ਅੱਜ ਦੀ ਡੇਟ 'ਚ ਗੱਲ ਕਰੀਏ ਤਾਂ ਤਕਰੀਬਨ 2000 ਸਕਾਲਰਸ਼ਿਪ ਹਰ ਸਾਲ ਗਵਰਨਮੈਂਟ ਆਫ ਇੰਡੀਆ ਬੱਚਿਆਂ ਨੂੰ ਦਿੰਦੀ ਹੈ, ਜਿਸ ਦੇ ਵਿੱਚ ਸਾਡੇ ਕੋਲ ਵੀ ਹਰ ਸਾਲ 100 ਤੋਂ ਲੈ ਕੇ 150 ਬੱਚਾ ਐਨਰੋਲ ਹੁੰਦਾ ਹੈ, ਠੀਕ ਹੈ। ਇਸ ਸਟੱਡੀ ਇਨ ਇੰਡੀਆ ਪ੍ਰੋਗਰਾਮ ਦੇ ਵਿੱਚ ਇੰਡੀਆ ਦੀਆਂ ਤਕਰੀਬਨ ਟੌਪ 100 to 150 ਯੂਨੀਵਰਸਿਟੀਜ਼ ਨੂੰ ਹੀ ਮਾਨਤਾ ਮਿਲਦੀ ਹੈ। ਇਹਦੇ 'ਚ ਇਹ ਵੀ ਨਹੀਂ ਹੈ ਕਿ ਹਰ ਇੱਕ ਯੂਨੀਵਰਸਿਟੀ ਨੂੰ ਗਵਰਨਮੈਂਟ ਪ੍ਰਮੋਟ ਕਰਦੀ ਹੈ। ਜਿਹੜੀ ਯੂਨੀਵਰਸਿਟੀ ਦੀ ਰੈਂਕਿੰਗ ਟੌਪ 100 ਦੇ ਵਿੱਚ ਹੈ ਜਾਂ ਜਿਸ ਦਾ NAAC ਦਾ ਸਕੋਰ A+ ਜਾਂ A+ ਤੋਂ ਉੱਪਰ ਹੈ, ਸਿਰਫ ਉਸ ਹੀ ਯੂਨੀਵਰਸਿਟੀ ਨੂੰ ਸਟੱਡੀ ਇੰਡੀਆ ਪ੍ਰੋਗਰਾਮ ਦਾ ਹਿੱਸਾ ਬਣਾਇਆ ਜਾਂਦਾ ਹੈ। ਤੇ ਗਵਰਨਮੈਂਟ ਆਫ ਇੰਡੀਆ ਵੀ ਚਾਹੁੰਦੀ ਹੈ ਕਿ ਫੋਰਨ ਦਾ ਸਟੂਡੈਂਟ ਇੰਡੀਆ ਆ ਕੇ ਅੱਛੀ ਯੂਨੀਵਰਸਿਟੀਆਂ 'ਚ ਪੜ੍ਹਾਈ ਕਰੇ, ਤਾਂ ਕਿ ਇੰਡੀਆ ਦਾ ਨਾਮ ਵੀ ਅੱਗੇ ਵਧੇ। ਸੋ ਸਰ ਮੈਂ ਅਗਰ ਅਸੀਂ ਜਦੋਂ ਆ ਰਹੇ ਸੀ ਨਾ ਤਾਂ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕਰਾਂ ਤਾਂ ਗਿਣਤੀ ਬਹੁਤ ਜ਼ਿਆਦਾ ਦਿਖ ਰਹੀ ਸੀ। ਇੱਕ ਤਾਂ ਹੁੰਦਾ ਕਿ ਕਾਊਂਟਿੰਗ ਦੇ ਵਿੱਚ ਬੋਲਣਾ, ਬਟ ਇੱਕ ਆਪਣੀ ਅੱਖਾਂ ਨਾਲ ਵੇਖਣਾ ਉਹ ਬਹੁਤ ਜ਼ਿਆਦਾ ਡਿਫਰੈਂਟ ਹੁੰਦਾ ਹੈ। ਸੋ ਅਸੀਂ ਆ ਰਹੇ ਸੀ ਤਾਂ ਇੰਟਰਨੈਸ਼ਨਲ ਸਟੂਡੈਂਟਸ ਜਿਹੜੀ ਗਿਣਤੀ ਕਾਫੀ ਜ਼ਿਆਦਾ ਹੈ। ਸੋ ਅਗਰ ਮੈਂ ਇਸ ਸਾਲ ਦੀ ਗੱਲ ਕਰਾਂ ਤਾਂ ਕਿੰਨੇ ਕੁ ਬੱਚੇ ਨੇ ਜੋ ਹਾਲੇ ਇੱਥੇ ਤੱਕ ਇਨਰੋਲ ਕਰ ਚੁੱਕੇ ਨੇ? ਦੇਖੋ, ਜੇ ਇੰਟਰਨੈਸ਼ਨਲ ਸਟੂਡੈਂਟ ਦੀ ਗੱਲ ਕਰੀਏ, ਹਾਂ ਬਿਲਕੁਲ ਪਿਛਲੇ 4-5 ਸਾਲਾਂ ਤੋਂ ਇੱਥੇ ਕਾਫੀ ਵੱਧ ਰੁਝਾਨ ਆਇਆ ਬੱਚਿਆਂ ਦਾ CU ਚੰਡੀਗੜ੍ਹ ਯੂਨੀਵਰਸਿਟੀ ਬ੍ਰਾਂਡ ਦੇ ਪ੍ਰਤੀ ਟਰਸਟ ਬਣਨਾ, ਇਹ ਬਹੁਤ ਵੱਡੀ ਚੀਜ਼ ਹੈ,
ਠੀਕ ਹੈ। ਬੱਚਿਆਂ ਦਾ ਹੁਣ ਟਰਸਟ ਲੈਵਲ ਵੱਧ ਰਿਹਾ, ਬੱਚੇ ਇੱਕ ਦੂਜੇ ਨੂੰ ਦੱਸਦੇ ਆ, ਸਾਡੇ ਕੋਲ ਬੱਚੇ ਹਰ ਸਾਲ ਆਉਂਦੇ ਆ। ਜਿਵੇਂ ਕਿ ਹੁਣ ਐਡਮਿਸ਼ਨ ਸੀਜ਼ਨ ਚੱਲ ਰਿਹਾ, ਬੱਚਿਆਂ ਦੀ ਰਿਪੋਰਟਿੰਗ ਹੋ ਰਹੀ ਹੈ। ਸਾਡੇ ਕੋਲ ਇਸ ਸਾਲ ਤਕਰੀਬਨ 650 ਦੇ ਕਰੀਬ ਬੱਚਾ ਆਲਰੇਡੀ ਐਨਰੋਲ ਹੋ ਚੁੱਕਾ ਹੈ ਤੇ ਉਮੀਦ ਹੈ ਕਿ ਆਉਣ ਵਾਲੇ 1-1.5 ਮਹੀਨੇ 'ਚ ਜਦ ਤੱਕ ਸਾਡਾ ਐਡਮਿਸ਼ਨ ਸੈਸ਼ਨ ਚੱਲ ਰਿਹਾ, ਸਾਡੇ ਕੋਲ ਹੋਰ 200-250 ਬੱਚਾ ਹੋਰ ਆ ਜਾਏਗਾ। ਤੇ ਔਨ ਐਵਰੇਜ ਜੇ ਆਪਾਂ ਗੱਲ ਕਰੀਏ ਯੂਨੀਵਰਸਿਟੀ ਦੇ ਵਿੱਚ ਤਕਰੀਬਨ ਤੁਸੀਂ ਕਹਿ ਸਕਦੇ ਹੋ 2500 ਦੇ ਕਰੀਬ ਇੰਟਰਨੈਸ਼ਨਲ ਸਟੂਡੈਂਟ ਪੜ੍ਹ ਰਿਹਾ ਹੈ, ਜਿਸ ਕਰਕੇ ਤੁਸੀਂ ਯੂਨੀਵਰਸਿਟੀ ਦੇ ਕਿਸੇ ਵੀ ਕਾਰਨਰ 'ਚ ਜਾਓਗੇ ਤੁਹਾਨੂੰ ਇੰਟਰਨੈਸ਼ਨਲ ਫੇਸਿਸ ਦੇਖਣ ਨੂੰ ਮਿਲਣਗੇ। ਐਂਡ ਅਗਰ ਸਰ ਮੈਂ ਅਸਿਸਟੈਂਟਸ ਦੀ ਗੱਲ ਕਰਾਂ ਕਿ ਸਭ ਨੂੰ ਹੁੰਦਾ ਹੈ ਕਿ ਸਾਨੂੰ ਕੋਈ ਵੀ ਕੁਐਰੀ ਹੋਵੇ ਨਾ ਸਾਡੀ ਜਲਦੀ ਤੋਂ ਜਲਦੀ ਸਾਡੀ ਸੁਣੀ ਜਾਵੇ, ਸੋ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਕੁਝ ਇੱਕ ਅਲੱਗ ਬਲਾਕ ਬਣਿਆ ਹੋਇਆ ਉਹਨਾਂ ਦੀ ਅਸਿਸਟੈਂਟਸ ਦੇ ਲਈ? ਹਾਂਜੀ ਦੇਖੋ, ਹਰ ਸਟੂਡੈਂਟ ਨੂੰ ਹੁੰਦਾ ਕਿ ਮੇਰੀ ਗੱਲ ਸੁਣੀ ਜਾਵੇ, ਠੀਕ ਹੈ, ਮੈਨੂੰ ਪ੍ਰੋਪਰ ਅਸਿਸਟੈਂਸ ਮਿਲੇ। ਤੇ ਇਸ ਚੀਜ਼ ਨੂੰ ਦੇਖਦੇ ਹੋਏ ਅਸੀਂ ਸਟੂਡੈਂਟਸ ਦੀ ਜੋ ਪ੍ਰੋਬਲਮਸ ਹੈ ਉਸ ਨੂੰ ਦੋ ਹਿੱਸਿਆਂ 'ਚ ਡਿਵਾਈਡ ਕਰਦੇ ਹਾਂ। ਇੱਕ ਐਡਮਿਨਿਸਟ੍ਰੇਟਿਵ ਪ੍ਰੋਬਲਮ ਹੈਗੀ ਆ, ਇੱਕ ਅਕੈਡਮਿਕ ਪ੍ਰੋਬਲਮ ਹੈਗੀ ਆ। ਐਡਮਿਨਿਸਟ੍ਰੇਟਿਵਲੀ ਬੱਚਿਆਂ ਨੂੰ ਪਤਾ ਹੈ ਉਹ ਸਾਲ 'ਚ 1-2 ਵਾਰ ਹੀ ਪ੍ਰੋਬਲਮ ਇਸ਼ੂ ਆਉਣੀ ਹੈ, ਚਾਹੇ ਉਹ ਫੀਸ ਰਿਲੇਟਡ ਹੋਵੇ ਜਾਂ ਕਿਸੇ ਹੋਸਟਲ ਰਿਲੇਟਡ ਹੋਵੇ। ਬਟ ਡੇ ਟੂ ਡੇ ਲਾਈਫ 'ਚ ਬੱਚਿਆਂ ਲਈ ਹੁੰਦਾ ਕਿ ਸਾਨੂੰ ਅਕੈਡਮਿਕ ਅਸਿਸਟੈਂਸ ਨਾਲ ਚਾਹੀਦੀ ਹੈ। ਅਕੈਡਮਿਕ ਅਸਿਸਟੈਂਸ ਦੇ ਲਈ ਅਸੀਂ ਇੱਕ ਬੱਚਿਆਂ ਲਈ ਇੱਕ ਅਲੱਗ ਤੋਂ ਸੈੱਲ ਬਣਾ ਕੇ ਦਿੱਤਾ ਹੈ, ਜਿਸ ਨੂੰ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਇੰਟਰਨੈਸ਼ਨਲ ਸਟੂਡੈਂਟ ਸਰਵਿਸਿਜ਼ ਦੇ ਨਾਮ ਤੋਂ ਜਾਣਦੇ ਹਾਂ। ਇਸ ਸੈੱਲ ਦੇ ਵਿੱਚ ਬੱਚੇ ਦੀ ਹਰ ਇੱਕ ਅਕੈਡਮਿਕ ਅਸਿਸਟੈਂਸ ਨੂੰ ਟੇਕ ਕੇਅਰ ਕੀਤਾ ਜਾਂਦਾ ਹੈ। ਹੁਣ ਇਸ ਸੈੱਲ ਨੂੰ ਅਸੀਂ ਵਧਾਉਂਦੇ ਹੋਏ ਇੱਥੇ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਲਈ ਵਨ ਸਟਾਪ ਸੋਲਿਊਸ਼ਨ ਇੱਕ ਕ੍ਰੀਏਟ ਕਰ ਦਈਏ, ਜਿੱਥੇ ਬੱਚਾ ਆਵੇ ਤੇ ਉਸ ਨੂੰ ਸਾਰੇ ਹੀ ਪ੍ਰੋਬਲਮਸ ਦਾ ਸੋਲਿਊਸ਼ਨ ਸੇਮ ਸਪੌਟ ਤੇ ਮਿਲ ਜਾਏ। ਅਸੀਂ ਨਹੀਂ ਚਾਹੁੰਦੇ ਕਿ ਬੱਚਾ ਆਪਣੀ ਇੱਕ ਪ੍ਰੋਬਲਮ ਨੂੰ ਲੈ ਕੇ ਇੱਧਰ ਉੱਧਰ ਦੌੜੇ। ਕੋਸ਼ਿਸ਼ ਹੈ ਬੱਚੇ ਦਾ ਇੱਕ ਉਸ ਨੂੰ ਅੱਛਾ ਐਕਸਪੀਰੀਅੰਸ ਅਸੀਂ ਦਈਏ, ਠੀਕ ਹੈ, ਚਾਹੇ ਉਹ ਅਕੈਡਮਿਕ ਹੋਵੇ ਚਾਹੇ ਕੁਝ ਵੀ ਹੋਵੇ, ਬੱਚੇ ਦੀ ਸਪੋਰਟ ਹੋਵੇ। ਤੇ ਇਸ ਨੂੰ ਧਿਆਨ 'ਚ ਰੱਖਦੇ ਹੋਏ ਚਾਂਸਲਰ ਸਰ ਨੇ ਵਿਜ਼ਨਰੀ ਹੈ, ਠੀਕ ਹੈ, ਸਾਡੀ ਕੋਸ਼ਿਸ਼ ਹੈ ਉਹਨਾਂ ਦੇ ਵਿਜ਼ਨ ਨੂੰ ਦੇਖਦੇ ਹੋਏ ਅਸੀਂ ਇਹ ਸੈੱਲ ਕ੍ਰੀਏਟ ਕਰਵਾਇਆ। ਥੈਂਕ ਯੂ ਸੋ ਮਚ ਸਰ। ਸੋ ਇਹ ਸੀ ਮੇਰੇ ਨਾਲ ਇੰਟਰਨੈਸ਼ਨਲ ਐਡਮਿਸ਼ਨਸ ਦੇ ਹੈਡ ਧੀਰਜ ਸੋਨੀ ਜੀ। ਆਮ ਸ਼ੋਰ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਅਗਰ ਸੋਚ ਰਹੇ ਨੇ ਆਪਟ ਕਰਨ ਦਾ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ, ਦਿਸ ਇੰਟਰਵਿਊ ਵਿਲ ਬੀ ਵੈਰੀ ਹੈਲਪਫੁਲ। ਕੈਮਰਾ ਪਰਸਨ ਜਸ਼ਨ ਦੇ ਨਾਲ ਮੈਂ ਜਸਵੀਰ ਕੌਰ, ਡੇਲੀ ਪੋਸਟ ਪੰਜਾਬੀ।